ਜਦੋਂ ਮੀਟਿੰਗ 'ਚ ਜਾਂਦੇ ਆ ਟੈਕਨੀਕਲ ਗੱਲਾਂ ਸਮਝਾਉਂਦੇ ਹੋ, ਇੱਧਰ ਨੂੰ ਚਲੇ ਗਏ, ਇੱਧਰ ਨੂੰ ਚਲੇ ਗਏ, ਇੱਧਰ ਨੂੰ ਚਲੇ ਗਏ। ਮੈਂ ਕਿਹਾ ਅਸਲੀਅਤ ਇਹ ਆ ਕਿ ਮੰਨ ਲਓ ਮੈਂ ਹਾਕੀ ਦਾ ਕਪਤਾਨ ਸੀ, ਭਾਵੇਂ ਮੈਂ ਇੰਡੀਵਿਜੂਅਲੀ ਬਹੁਤ ਚੰਗਾ ਵੀ ਖੇਡਦਾ ਰਿਹਾ ਹੋਵਾਂ, ਲੇਕਿਨ ਐਜ਼ ਏ ਕੈਪਟਨ ਮੈਨੂੰ ਜ਼ਿੰਮੇਵਾਰੀ ਤਾਂ ਲੈਣੀ ਪਊਗੀ। ਜ਼ਿੰਮੇਵਾਰੀ ਕਿਹਦੀ ਹੈ? ਜਿਹੜੀ ਸਿੱਟ ਸੀ ਉਹ ਬੇਸਿਕਲੀ 3 ਮਹੀਨਿਆਂ ਦੇ ਵਿੱਚ ਪਬਲਿਕਲੀ ਲੜ ਪਈ, ਤੇ ਉਹਦਾ ਅਸਰ ਤਾਂ ਇਸ ਤੇ ਹੋਣਾ ਹੀ ਸੀ। ਬਾਕੀ ਤਾਂ ਕਿਉਂਕਿ ਜਿਹੜੀ ਜੱਜਮੈਂਟ ਹੈ ਉਹ ਤੁਸੀਂ ਸਾਰਿਆਂ ਨੇ, ਕਿਉਂਕਿ ਐਕਸਪਰਟਸ ਦੀਆਂ ਓਪੀਨੀਅਨ ਵੀ ਆਈਆਂ, ਜੱਜਮੈਂਟਸ ਵੀ ਤੁਸੀਂ ਸਾਰਿਆਂ ਨੇ ਦੇਖੀ ਹੈ, ਬਟ ਐਟ ਦਾ ਸੇਮ ਟਾਈਮ ਉਹਨੂੰ ਹੈਂਡਲ ਕਿਵੇਂ ਕਰਨਾ ਸੀ। ਔਰ ਆ ਕਿਉਂਕਿ ਪਿਛਲੇ 2-3 ਦਿਨ ਮੈਂ ਦੇਖ ਰਿਹਾ ਵੀ ਮਿਨਿਸਟਰਸ ਨੂੰ ਵੀ ਅਸਲੀ ਗੱਲ ਹੈ ਵਾਹਵਾ ਮੰਦਾ ਚੰਗਾ ਬੋਲਿਆ ਗਿਆ, ਤੇ ਮੈਂ ਕਿਹਾ ਜੀ ਮਿਨਿਸਟਰਾਂ ਨੂੰ ਤੁਸੀਂ ਬੋਲਣ ਜੋਗਾ ਰਹਿਣ ਕਿੱਥੇ ਦਿੱਤਾ? ਮਿਨਿਸਟਰਾਂ ਨੂੰ ਤੁਸੀਂ ਬੋਲਣ ਜੋਗਾ ਕਿੱਥੇ ਛੱਡਿਆ? ਕਿਉਂਕਿ ਪਬਲਿਕ ਓਪੀਨੀਅਨ ਪਰਸੈਪਸ਼ਨ ਕਾਹਦੀ ਹੁੰਦੀ ਆ? ਕਿਉਂਕਿ ਜਿੰਨੇ ਵੀ ਸਾਡੀ ਸਰਕਾਰ ਦੀ, ਕਿਉਂਕਿ ਅੱਜ ਹਾਲਾਤ ਕੀ ਆ ਕੰਟਰੀ ਦੇ, ਕਿਉਂਕਿ ਜੋ ਹਾਲਾਤ ਦਿੱਲੀ ਦੇ ਵਿੱਚ ਬੀਜੇਪੀ ਨੇ ਕੀਤੇ ਆ, ਤੇ ਉਹਨੂੰ ਇੱਕੋ ਇੱਕ ਗਲੂ ਕਰ ਸਕਦਾ ਉਹ ਹੈਗੀ ਕਾਂਗਰਸ ਪਾਰਟੀ, ਕਿਉਂਕਿ ਪੰਜਾਬ ਦਾ ਵੀ ਭਲਾ ਉਹਦੇ ਵਿੱਚ ਹੀ ਆ ਤੇ ਹਿੰਦੁਸਤਾਨ ਦਾ ਭਲਾ ਵੀ ਉਹਦੇ 'ਚ ਹੀ ਆ। ਲੇਕਿਨ ਅਸੀਂ ਹਰ ਜਿਹੜਾ ਕੇਸ ਆ ਉਹਨੂੰ ਕੋਰਟ ਦੇ ਵਿੱਚ ਲਿਜਾ ਕੇ ਤੇ ਉੱਥੇ ਜਾ ਕੇ ਕਿਤੇ ਨਾ ਕਿਤੇ ਕੰਪਰੋਮਾਈਜ਼ ਵਾਲੀ ਸਿਚੁਏਸ਼ਨ ਕ੍ਰੀਏਟ ਕਰਦੇ ਹਾਂ। ਤੇ ਮੈਂ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਇਹੀ ਕਿਹਾ ਸੀ, ਮੈਂ ਕਿਹਾ ਜਿਹੜਾ ਵਕਤ ਆ ਉਹ ਕਿਸੇ ਲਈ ਠਹਿਰਦਾ ਨਹੀਂ ਹੁੰਦਾ, ਅਸੀਂ ਰੀਅਲ ਪ੍ਰੋਬਲਮ ਨੂੰ ਸਮਝ ਕੇ ਉਹਨੂੰ ਫਿਕਸ ਕਰੀਏ। ਕਿਉਂਕਿ ਜਦੋਂ ਅਸੀਂ ਲੋਪਾ ਪੋਚੀ ਪਾਉਣ ਲੱਗਦੇ ਆ ਨਾ, ਆ ਹੁਣ ਆ ਮੋਦੀ ਦੀ ਬਥੇਰੀ ਲੋਪਾ ਪੋਚੀ ਹੋਈ ਤੇ ਲੋਕੀ ਧੜਾ ਧਰਮ ਬਣ ਰਹੇ ਹੈਗੇ ਆ। ਅੱਛਾ, ਉਹਨਾਂ ਦਾ ਕੋਈ ਬੰਦਾ ਬੋਲਣ ਨੂੰ ਤਿਆਰ ਨਹੀਂ, ਉਹਨਾਂ ਦਾ ਮੰਤਰੀ, ਉਹਨਾਂ ਦਾ ਜਿੰਨੇ ਵੀ ਉਹਨਾਂ ਦੇ ਮਿਨਿਸਟਰਸ ਹੈਗੇ ਆ। ਤੇ ਆਪਾਂ ਵੀ ਕਮ ਸੇ ਕਮ ਜੇ ਆਪਾਂ ਇੰਟਰੋਸਪੈਕਸ਼ਨ ਤਾਂ ਕਰ ਲਈਏ ਵੀ ਸਾਡੀ ਪ੍ਰੋਬਲਮ ਕਿੱਥੇ ਆ। ਜੇ ਪ੍ਰੋਬਲਮ ਹੈਗੀ ਆ ਤੇ ਉਹਦਾ ਸੋਲੂਸ਼ਨ ਵੀ ਲੱਭਿਆ ਜਾਊ। ਤੇ ਜੇ ਅਸੀਂ ਕਹਿੰਦੇ ਆ ਸਿਰਫ ਅਸੀਂ ਲੋਪਾ ਪੋਚੀ ਕਰਨੀ ਆ, ਪ੍ਰੋਬਲਮ ਲੱਭਣੀ ਨਹੀਂ ਹੈ, ਤੇ ਉਹ ਸਮਾਂ ਬਹੁਤਾ ਦੂਰ ਨਹੀਂ ਹੈ। ਸੋ ਇਸ ਕਰਕੇ ਇਹਦੇ ਤੇ ਬੇਸਿਕਲੀ ਇੰਟਰੋਸਪੈਕਸ਼ਨ ਕਰਕੇ ਤੇ ਇਮੀਡੀਏਟਲੀ ਜਿਹੜੇ ਦੋਸ਼ੀ ਹੈਗੇ ਆ ਉਹਨਾਂ ਨੂੰ ਆਪਾਂ ਸਖਤ ਤੋਂ ਸਖਤ ਸਜ਼ਾਵਾਂ ਦਵਾਈਏ, ਤਾਂ ਕਿ ਜਿਹੜੀ ਪਰਸੈਪਸ਼ਨ ਆ, ਕਿਉਂਕਿ ਮੈਂ ਅੱਜ ਇੱਕੋ ਹੀ ਟੌਪਿਕ ਤੇ ਜਿਹੜੀ ਗੱਲ ਕਰਨੀ ਆ, ਔਰ ਮੈਂ ਤੁਹਾਨੂੰ ਇਹ ਵੀ ਰਿਕੁਐਸਟ ਕਰੂੰਗਾ ਕਿ ਆਪਾਂ ਹਫ਼ਤੇ 10 ਦਿਨਾਂ ਬਾਅਦ ਜ਼ਰੂਰ ਮਿਲਿਆ ਕਰਾਂਗੇ, ਕਿਉਂਕਿ ਮੈਂ 2019 ਦੇ ਵਿੱਚ ਇੱਕ ਚਿੱਠੀ ਲਿਖੀ ਸੀ ਇਹਨਾਂ ਨੂੰ, ਕੈਪਟਨ ਅਮਰਿੰਦਰ ਸਿੰਘ ਜੀ ਨੂੰ। ਕਿਉਂਕਿ ਨਾਰਮਲੀ ਤਾਂ ਪੋਲੀਟੀਸ਼ੀਅਨ ਚਲੋ ਸਟੇਟਮੈਂਟ ਦੇ ਕੇ ਵਿੱਚ ਕਈ ਕਹਿ ਵੀ ਦਿੰਦੇ ਆ ਜੀ ਮੈਂ ਤਾਂ ਇਹ ਕਿਹਾ ਹੀ ਨਹੀਂ ਜੀ, ਉਹ ਕਿਸੇ ਹੋਰ ਨੇ ਕਹਿਤਾ, ਇਦਾਂ ਹੋ ਗਿਆ, ਮੀਡੀਆ ਵਾਲਿਆਂ ਨੇ ਕਿਤੇ ਗਲਤ ਉਹਨੂੰ ਇੰਟਰਪ੍ਰੀਟੇਸ਼ਨ ਕਰ ਲਈ। ਪਰ ਮੈਂ ਇਹ ਕੰਮ ਨਹੀਂ ਕਰਦਾ, ਕਿਉਂਕਿ ਮੈਂ ਤੁਹਾਨੂੰ ਵੀ ਪਤਾ ਮੈਂ ਬਹੁਤ ਘੱਟ ਆਉਣਾ ਮੀਡੀਆ ਦੇ ਵਿੱਚ। ਲੇਕਿਨ 2019 ਦੇ ਵਿੱਚ ਮੈਂ ਇਹਨਾਂ ਨੂੰ ਚਿੱਠੀ ਲਿਖੀ ਸੀ, ਔਰ ਇਹਦੇ ਵਿੱਚ ਕਿਹਾ ਸੀ ਵੀ ਆਪਾਂ ਆਹ ਚੀਜ਼ਾਂ ਕਰ ਲਈਏ, ਕਿਉਂਕਿ ਇੱਕ ਸੀਐਮ ਦੇ ਲੈਵਲ ਤੇ ਜੇ ਆਰਡੀਐਫ ਦੇ ਪੈਸੇ ਆ ਗਏ ਉਹ ਡਿਸਟ੍ਰੀਬਿਊਟ ਹੋ ਗਏ, ਜੇ ਅਸੀਂ ਬੂਠਾ ਲਾ ਲਿਆ ਉਹ ਸ਼ਹਿਰਾਂ ਨੂੰ ਦੇ ਦਿੱਤਾ। ਦਿਸ ਇਜ਼ ਨਾਟ, ਕਿਉਂਕਿ ਐਟਲੀਸਟ ਕੈਪਟਨ ਅਮਰਿੰਦਰ ਸਿੰਘ ਵਰਗੇ ਐਡਮਿਨਿਸਟ੍ਰੇਟਰ ਤੋਂ ਇਹ ਗੱਲਾਂ ਜਿਹੜੀਆਂ ਆਸ ਨਹੀਂ ਕੀਤੀਆਂ ਜਾ ਸਕਦੀਆਂ, ਲੇਕਿਨ ਜਿਹੜੀਆਂ ਹੋ ਰਹੀਆਂ, ਔਰ ਕਿਉਂਕਿ ਇਸ ਗੱਲ ਨਾਲ ਮੈਨੂੰ ਲੱਗਦਾ ਲਗਭਗ ਬਾਕੀ ਐਮਐਲਏ ਵੀ ਹੋ ਸਕਦਾ ਸਹਿਮਤ ਹੋਣਗੇ। ਜੇ ਨਹੀਂ, ਕਿਉਂਕਿ ਦੇਖੋ ਗਵਰਨਮੈਂਟ ਨੂੰ ਫਿਰ ਡਿਫੈਂਡ ਕਰਨ, ਖੁੱਲ੍ਹ ਕੇ ਡਿਫੈਂਡ ਕਰਨ, ਫਿਰ ਘੁੱਟੇ ਜਾਂ ਪਿਛਲੇ ਸਮਿਆਂ ਚੋਂ ਕਿਉਂ। ਮੈਂ ਤਾਂ ਜਿਹੜੇ ਕਹਿੰਦੇ ਵੀ ਆ ਨਾ, ਮੈਂ ਤਾਂ ਕਹਿੰਦਾ ਕਿ ਆਪਾਂ ਇਸ਼ੂ ਬੇਸ ਰੱਖੀਏ, ਆਪਾਂ ਇਸ਼ੂ ਦੇ ਪਹਿਰਾ ਦਈਏ, ਨਾ ਕਿ ਕਿਉਂਕਿ ਬੰਦੇ ਅਲਟੀਮੇਟਲੀ ਮੈਟਰ ਨਹੀਂ ਕਰਦੇ ਹੁੰਦੇ, ਮੈਟਰ ਤਾਂ ਇਸ਼ੂ ਕਰਦਾ ਕਿ ਇਸ਼ੂ ਕੀ ਹੈਗਾ, ਅਸੀਂ ਉਹਨੂੰ ਫਿਕਸ ਕਿੱਦਾਂ ਕਰਨਾ ਤੇ ਆਪਣੀ ਪਰਸੈਪਸ਼ਨ ਨੂੰ ਬੈਟਰ ਕਿਵੇਂ ਕਰਨਾ। ਸੋ ਇਸ ਕਰਕੇ ਜਿਹੜੀ ਬੇਸਿਕਲੀ 2017 ਵਾਲੀ ਇਲੈਕਸ਼ਨ ਆ ਉਹ ਕੈਪਟਨ ਅਮਰਿੰਦਰ ਸਿੰਘ ਦੇ ਨਾਮ ਹੀ ਦਿੱਤੀ ਗਈ ਸੀ। ਤੇ ਜੋ ਅੱਜ ਦੇ ਹਾਲਾਤ ਹੈਗੇ ਆ, ਮੈਂ ਤਾਂ ਇਹ ਵੀ ਸੀਐਮ ਸਾਹਿਬ ਨੂੰ ਕਿਹਾ, ਮੈਂ ਕਿਹਾ ਜੀ ਤੁਸੀਂ ਸਰਵੇ ਕਰਵਾਉਣ ਦੇ ਜਾਂ ਤੁਸੀਂ ਆਪਣਾ ਹੀ ਸਰਵੇ ਕਰਵਾ ਲਓ, ਤਾਂ 2017 ਦਾ ਤੇ ਹੁਣ ਆਪਣਾ ਸਰਵੇ ਕਰਵਾ ਲਓ, ਤੇ ਐਗਜ਼ੈਕਟਲੀ ਆਪਾਂ ਨੂੰ ਪਤਾ ਲੱਗ ਜੂਗਾ ਕਿ ਹਾਂ ਵੀ ਆਪਾਂ ਖੜੇ ਕਿੱਥੇ ਆ। ਆਪਣੀ ਸੀਟ ਦਾ ਸਰਵੇ ਨਹੀਂ, ਐਜ਼ ਅ ਸੀਐਮ ਸਰਵੇ ਕਰਵਾ ਲੈਣਾ ਪੰਜਾਬ ਦੇ ਵਿੱਚ ਜੋ ਹੋ ਰਿਹਾ ਹੈਗਾ, ਕਿਉਂਕਿ ਜੋ ਹਾਲਾਤ ਬਣੇ ਆ ਉਹ ਬੇਸਿਕਲੀ ਹਾਲਾਤ ਇਹੋ ਜਿਹੇ ਬੜੇ ਹੈਗੇ ਆ, ਕਿਉਂਕਿ ਹਰ ਚੀਜ਼ ਨੂੰ ਕਵਰ ਅਪ ਕਰਨਾ, ਹਰ ਚੀਜ਼ ਦੇ ਉੱਤੇ ਮਿੱਟੀ ਪਾਉਣੀ। ਸੋ ਮੈਂ ਤਾਂ ਇੰਨਾ ਹੀ ਜਿਹੜਾ ਤੁਹਾਡੇ ਮੀਡੀਅਮ ਦੇ ਥਰੂ ਤੋਂ ਇੰਨੀ ਬੇਨਤੀ ਕਰਨਾ ਚਾਹੁੰਦਾ ਕਿ ਜਿਹੜੇ ਕਾਂਗਰਸੀ ਵੀ ਨਾ ਇੱਕ ਦੂਸਰੇ ਤੇ ਦੂਸ਼ਣਬਾਜ਼ੀ ਕਰਦੇ ਆ,
ਜਾਂ ਇਹ ਕਹਿੰਦੇ ਆ ਕਿ ਕਿਉਂਕਿ ਇਹਦੇ ਵਿੱਚ ਮੰਨ ਲਓ ਸਪੋਜ਼ ਕਿਸੇ A B C ਕਿਸੇ ਦਾ ਵੀ ਆਪਾਂ ਕਹਿ ਦਈਏ ਕਿ ਉਹ ਗਲਤ ਬੋਲਦਾ ਉਹ ਠੀਕ ਬੋਲਦਾ, ਪਰ ਅਲਟੀਮੇਟਲੀ ਤਾਂ ਜਸਟਿਸ ਦੀ ਗੱਲ ਹੈਗੀ ਆ ਨਾ, ਜਸਟਿਸ ਮਿਲਣਾ ਚਾਹੀਦਾ। ਬਾਕੀ ਹੋਰ ਆਲੇ ਦੁਆਲੇ ਤਾਂ ਜੋ ਮਰਜ਼ੀ ਹੁੰਦਾ ਰਹੇ ਉਹਦੇ ਕੀ ਮਹਿਨਾ ਰੱਖ। ਸੋ ਥੈਂਕ ਯੂ ਵੈਰੀ ਮਚ। ਨਵਜੋਤ ਸਿੰਘ ਸਿੱਧੂ ਵੀ ਬੜੇ ਸਵਾਲ ਚੱਕ ਰਹੇ ਆ, ਲਗਾਤਾਰ ਟਵੀਟ ਕਰ ਰਹੇ ਆ, ਕੈਪਟਨ ਅਮਰਿੰਦਰ ਸਿੰਘ ਤੇ ਵੀ ਲਗਾਤਾਰ ਵਾਰ ਕਰ ਰਹੇ ਆ, ਹੋਰ ਵੀ ਕਈ ਲੀਡਰ ਸੀ। ਉਹਨਾਂ ਨੇ ਸਾਫ਼ ਤੌਰ ਤੇ ਇਹ ਵੀ ਕਹਿ ਦਿੱਤਾ ਕਿ ਹੁਣ ਮੇਰੇ ਖਿਲਾਫ ਹੀ ਚੋਣ ਲੜ ਲੈਣ ਪਟਿਆਲਾ ਤੋਂ ਸ਼ਾਇਦ। ਦੇਖੋ ਮੈਨੂੰ ਲੱਗਦਾ ਇਦਾਂ ਦੀ ਗੱਲ ਕਰਨੀ ਨਹੀਂ ਚਾਹੀਦੀ, ਕਿਉਂਕਿ ਸੀਐਮ ਇੱਕ ਸੂਬੇ ਦਾ ਫਾਦਰ ਹੁੰਦਾ, ਫਾਦਰਲੀ ਫਿਗਰ ਹੁੰਦੀ ਹੈ ਜੀ। ਉਹਦੇ ਨਾਲ ਮੰਨ ਲਓ ਨਵਜੋਤ ਤੇ ਕੈਪਟਨ ਅਮਰਿੰਦਰ ਸਿੰਘ ਦੇ ਪਟਿਆਲੇ ਤੋਂ ਇਲੈਕਸ਼ਨ ਫਿਰ ਇਸ਼ੂ ਤੋਂ ਸੋਲਵ ਹੋ ਜਾਊਗਾ। ਮੈਨੂੰ ਲੱਗਦਾ ਵੀ ਇਹਨਾਂ ਗੱਲਾਂ 'ਚ ਤਾਂ ਸਾਨੂੰ ਪੈਣਾ ਹੀ ਨਹੀਂ ਚਾਹੀਦਾ, ਕਿਉਂਕਿ ਇਹ ਤਾਂ ਇਹੋ ਜਿਹੀਆਂ ਗੱਲਾਂ ਹੈਗੀਆਂ ਜਿਹਦੇ 'ਚ ਮੈਨੂੰ ਨਹੀਂ ਲੱਗਦਾ ਇਹ ਤਾਂ ਕੋਈ ਛੋਟੇ ਲੈਵਲ ਦਾ ਲੀਡਰ ਕੋਈ ਇਦਾਂ ਦੀ ਗੱਲ ਕਰ ਜਾਵੇ ਤਾਂ ਕਰ ਜਾਵੇ। ਇਹੋ ਜਿਹੇ ਵੱਡੇ ਲੀਡਰ ਨੂੰ ਇਹੋ ਜਿਹੀ ਗੱਲ ਕਰਨੀ ਨਹੀਂ ਚਾਹੀਦੀ। ਤੁਸੀਂ ਇਸ ਪੂਰੇ ਮਸਲੇ 'ਚ ਆਪਣਾ ਪੱਖ ਰੱਖਿਆ, ਕੈਪਟਨ ਅਮਰਿੰਦਰ ਸਿੰਘ ਦਾ ਕੀ ਰਿਸਪੌਂਸ ਸੀ? ਵੀ ਇੱਕ ਤਾਂ ਸੀ ਵੀ ਆਪਾਂ ਗਾਂਹ ਕੀ ਕਰਨਾ ਜੀ, ਇੱਕ ਹੈਗਾ ਕਿ ਪਿਛਲੇ ਪਾਸੇ ਹੋਇਆ ਕਿ ਇਹ ਸਿਚੁਏਸ਼ਨ ਇਦਾਂ ਦੀ ਬਣੀ, ਉਸ ਗੱਲ ਦੀ ਪ੍ਰੇਅਰ ਵੀ ਨਹੀਂ ਕੀਤੀ, ਉਦੋਂ ਗਾਂਹ ਵੀ ਦੇਖ ਕੇ ਜੱਜਮੈਂਟ ਦਿੱਤੀ ਗਈ ਹੈਗੀ ਆ। ਉਹ ਤਾਂ ਬੇਸਿਕਲੀ ਉਹ ਤਾਂ ਇੱਕ ਲੀਗਲ ਪ੍ਰੋਸੈਸ ਹੈਗਾ, ਬਟ ਐਟ ਦਾ ਸੇਮ ਟਾਈਮ ਸਾਨੂੰ ਇਮੀਡੀਏਟਲੀ ਮੈਨੂੰ ਜਿੰਨੀ ਕੁ ਗੱਲ ਸਮਝ ਹੈਗੀ ਆ, ਕਿਉਂਕਿ ਥੋੜਾ ਬਹੁਤਾ ਮੈਂ ਪੁਲਿਸ ਦੇ ਵਿੱਚ ਵੀ ਕੰਮ ਕੀਤਾ, ਵੀ ਇਹਦੇ ਵਿੱਚ ਫੇਰ ਇਨਵੈਸਟੀਗੇਸ਼ਨ ਕਰਕੇ ਤੇ ਸਾਨੂੰ ਇਮੀਡੀਏਟਲੀ ਦੁਬਾਰਾ ਚਲਾਨ ਜਿਹੜਾ ਆ ਔਰ ਜਿਹੜੇ ਬਾਕੀ ਇਸ਼ੂਜ਼ ਹੈਗੇ ਆ ਉਹਨੂੰ ਕਿਸੇ ਤਰ੍ਹਾਂ ਵੀ ਜਿੱਥੇ ਵੀ ਉਹ ਚੈਲੰਜ ਹੋ ਸਕਦਾ ਹੋਵੇ ਉਹਨੂੰ ਕਰਨਾ ਚਾਹੀਦਾ। ਪਰ ਜਿਹੜੇ ਚਲਾਨ ਆਪਣੇ 3 ਜਿਹੜਾ ਸਾਲ ਮਸਲਾ ਆ ਮੇਨ ਹੈ, ਬਰਗਾੜੀ ਦਾ ਮੇਨ ਮਸਲਾ ਸੀ, ਉਸ ਨੂੰ ਲੈ ਕੇ ਖੱਟੜਾ ਕਮੇਟੀ ਜਿਹੜੀ ਬਣੀ ਸੀ, ਉਹਨਾਂ ਨੇ ਜਿਹੜਾ ਚਲਾਨ ਫਾਈਨਲ ਕੀਤਾ ਸੀ ਜਨਵਰੀ ਦੇ ਵਿੱਚ, ਇਸੇ ਹਾਈ ਕੋਰਟ ਨੇ ਉਸ ਚਲਾਨ ਨੂੰ ਖਾਰਜ ਕਰਤਾ ਸੀ। ਇਹ ਵੀ ਕਹਿ ਦਿੱਤਾ ਸੀ ਕਿ ਖੱਟੜਾ ਕਮੇਟੀ ਨੂੰ ਵੀ ਹਟਾਓ, ਨਵੀਂ ਕਮੇਟੀ ਚਲਾਨ ਨੂੰ ਖਾਰਜ ਨਹੀਂ ਕੀਤਾ ਸੀ, ਸਿਰਫ ਖੱਟੜੇ ਨੂੰ ਕਿਹਾ ਸੀ। ਉਹਨਾਂ ਨੇ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਸਾਰੀ ਇਨਵੈਸਟੀਗੇਸ਼ਨ ਨੂੰ ਕਿਹਾ ਸੀ ਹਟ ਕੇ ਕਰੋ ਨਵੇਂ ਸਿਰੇ ਤੋਂ, ਤੇ ਜਿਹੜੀ CBI ਦੀ ਇਨਵੈਸਟੀਗੇਸ਼ਨ ਹੈ ਉਸ ਨੂੰ ਨਾਲ ਜੋੜ ਕੇ ਕਰੋ। ਔਰ ਉਹ ਮਾਮਲੇ ਨੂੰ ਲੈ ਕੇ ਹਜੇ ਤੱਕ ਕੈਪਟਨ ਸਰਕਾਰ 4 ਮਹੀਨੇ ਹੋ ਚੁੱਕੇ ਨੇ, ਉਸ ਆਰਡਰ ਨੂੰ ਚੁਣੌਤੀ ਨਹੀਂ ਦੀ ਗਈ। ਨਵੀਂ ਕਮੇਟੀ ਬਣਾਈ ਗਈ ਹੈ, 4 ਮਹੀਨੇ ਦਾ ਕੀ ਸਟੇਟਸ ਹੈ ਉਹ ਉਸਦਾ? ਬੇਸਿਕਲੀ ਚਲਾਨ ਨਹੀਂ ਡਿਸਮਿਸ ਕੀਤਾ ਗਿਆ ਸੀ, ਉਹ ਬੇਸਿਕਲੀ ਖੱਟੜੇ ਨੂੰ ਉਹਦੇ ਤੋਂ ਲਾਂਭੇ ਕੀਤਾ ਗਿਆ ਸੀ ਵੀ ਇਹ ਇਹਦਾ ਚੀਫ ਨਹੀਂ ਹੋਊਗਾ। ਤੇ ਜਿਹੜੀ ਬਾਕੀ ਕਿਉਂਕਿ ਇਨਵੈਸਟੀਗੇਸ਼ਨ ਤਾਂ ਆਲਮੋਸਟ ਪੂਰੀ ਆ, ਡਾਕੂਮੈਂਟ CBI ਤੋਂ ਆਉਣੇ ਸੀ, ਜਿਹੜੇ ਡਾਕੂਮੈਂਟ CBI ਤੋਂ ਵਾਪਸ ਆਏ ਹੈਗੇ ਆ, ਅਲਟੀਮੇਟਲੀ ਉਹਨਾਂ ਨੂੰ ਕੋਰਿਲੇਟ ਕਰਕੇ ਜੋ ਵੀ ਉਹਦੇ ਵਿੱਚ ਉਮਤਾਈਆਂ ਜਾਂ ਜੋ ਵੀ ਇਹ ਪੰਜਾਬ ਪੁਲਿਸ ਉਹਦੇ ਵਿੱਚ ਕਹਿਣਾ ਚਾਹੁੰਦੀ ਆ ਉਹਨੂੰ ਚਲਾਨ ਦੇਣਾ ਚਾਹੀਦਾ, ਤਾਂ ਕਿ ਜਿਹੜੇ ਬੇਅਦਬੀ ਦੇ ਦੋਸ਼ੀ ਹੈਗੇ ਆ ਉਹਨਾਂ ਨੂੰ ਜਿਹੜੀ ਸਜ਼ਾ ਹੋ ਸਕੇ। ਪਰ ਸਰਗੜੀ ਜਿਸ ਤਰ੍ਹਾਂ ਕੁੰਵਰ ਵਿਜੇ ਪ੍ਰਤਾਪ ਨੇ 3 ਸਾਲਾਂ ਤੇ ਉਹਨੂੰ 2018 'ਚ ਜ਼ਿੰਮੇਵਾਰੀ ਦਿੱਤੀ ਗਈ ਸੀ, 4 ਆਫੀਸਰ ਮੈਦਾਨ ਛੱਡ ਕੇ ਭੱਜ ਗਏ। ਕੁੰਵਰ ਵਿਜੇ ਪ੍ਰਤਾਪ ਨੇ 9 ਚਲਾਨ ਪੇਸ਼ ਕੀਤੇ, 10ਵਾਂ ਉਹਨਾਂ ਕਰਨਾ ਸੀ ਲੇਕਿਨ 15 ਦਿਨ ਦੇ ਵਿੱਚ ਨਹੀਂ ਕੀਤਾ। ਉਹਨਾਂ ਚਿਰ ਨੂੰ ਹਾਈ ਕੋਰਟ ਨੇ ਰਿਪੋਰਟ ਉਹਨਾਂ ਦੀ ਇੰਟਰਨੈਸ਼ਨਲ ਲੈਵਲ ਦੀ ਖਾਰਜ ਕਰ ਦਿੱਤੀ ਸੀ। ਲੱਗਦਾ ਕਿ 10ਵਾਂ ਚਲਾਨ ਪੇਸ਼ ਕਰਨ ਤੋਂ ਰੁਕਿਆ ਗਿਆ, ਜਾਂ ਇਹ ਹੋ ਸਕਦਾ ਜਿਹੜਾ ਆਫੀਸਰ 3 ਸਾਲਾਂ ਦੇ ਵਿੱਚ ਜਾਂਚ ਨਹੀਂ ਕਰ ਸਕਿਆ ਪੂਰੀ, 10ਵਾਂ ਚਲਾਨ ਨਹੀਂ ਪੇਸ਼ ਕਰਕੇ ਉਹ ਹੁਣ ਜਿਹੜੀ ਨਵੀਂ SIT ਬਣੂਗੀ ਉਹ 6 ਮਹੀਨੇ 'ਚ ਕਿਵੇਂ ਰਿਪੋਰਟ ਦੇ ਦੇਗੀ? ਨਹੀਂ ਦੇਖੋ ਗੱਲ ਬੜੀ ਕਲੀਅਰ ਹੈਗੀ ਆ ਕਿ ਉਹ ਜਿਹੜੀ ਸਿੱਟ ਸੀ, ਆਲਦੋ ਗਵਰਨਮੈਂਟ ਦੀ ਉਹਦੇ ਵਿੱਚ ਕੋਈ ਡਾਇਰੈਕਟਲੀ ਇੰਟਰਫੀਰੈਂਸ ਨਹੀਂ ਹੋਣੀ ਚਾਹੀਦੀ, ਬਟ ਐਟ ਦਾ ਸੇਮ ਟਾਈਮ ਅਸੀਂ ਇਹ ਵੀ ਨਹੀਂ ਕਹਿ ਸਕਦੇ ਵੀ ਜੇ ਸਿੱਟ ਦੇ 2 ਜਾਂ 3 ਮੈਂਬਰ ਜਿਹੜੇ ਆ ਉਹ ਸਿੱਟ ਤੋਂ ਉਹ ਇਨਵੈਸਟੀਗੇਸ਼ਨ ਤੋਂ ਹੀ ਸਾਈਡ ਤੇ ਹੋ ਗਏ, ਅਲਟੀਮੇਟਲੀ ਸਮਬਡੀ ਹੈਜ਼ ਟੂ ਟੇਕ ਰਿਸਪੌਂਸਿਬਿਲਿਟੀ। ਇਹ ਤਾਂ ਨਹੀਂ ਹੈਗਾ ਕਿ ਅਸੀਂ ਉਸ ਰਿਸਪੌਂਸਿਬਿਲਿਟੀ ਤੋਂ, ਮੈਂ ਤਾਂ ਤੁਹਾਨੂੰ ਐਗਜ਼ਾਮਪਲ ਕੋਡ ਕੀਤੀ ਆ ਵੀ ਮੰਨ ਲਓ ਸਪੋਜ਼ ਮੈਂ ਇੰਡੀਵਿਜੂਅਲੀ ਚੰਗਾ ਵੀ ਖੇਡਦਾ, ਬਟ ਐਟ ਦਾ ਸੇਮ ਟਾਈਮ ਜੇ ਮੇਰੀ ਟੀਮ ਹੱਦੀ ਆ ਤਾਂ ਮੈਨੂੰ ਉਹਦੀ ਜ਼ਿੰਮੇਵਾਰੀ ਤਾਂ ਲੈਣੀ ਪਊਗੀ। ਇਹ ਤਾਂ ਹੈ ਨਹੀਂਗਾ ਕਿ ਮੈਂ ਕਹਾਂ ਵੀ ਮੈਂ ਜ਼ਿੰਮੇਵਾਰੀ ਨਹੀਂ ਲੈਂਦਾ, ਤੇ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਇਸ ਗੱਲ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਆ ਬੀਇੰਗ ਏ ਹੋਮ ਮਿਨਿਸਟਰ। MLA ਸਾਹਿਬ ਤੁਹਾਨੂੰ ਲੱਗਦਾ ਕਿੱਥੇ ਨੈਗਲੀਜੈਂਸ ਹੋਇਆ, ਕਿੱਥੇ ਲੀਗਲ ਟੀਮ ਤੋਂ ਕੋਈ ਕਮੀ ਰਹਿ ਗਈ ਜਾਂ ਫਿਰ ਸਿੱਟ ਦੇ ਲੈਵਲ ਤੇ ਕੋਈ ਕਮੀ ਰਹਿ ਗਈ? ਕਿਉਂਕਿ ਇਸ ਤਰੀਕੇ ਨਾਲ ਸਿੱਟ ਦੀ ਰਿਪੋਰਟ ਦੇਖੋ ਮੈਂ ਤਾਂ ਬੜੀ ਕਲੀਅਰ ਆ, ਪਿਛਲੀ ਵਾਰੀ ਰਵੀ ਸਿੱਧੂ ਨੂੰ ਇਹ ਸੀ ਕੈਪਟਨ ਅਮਰਿੰਦਰ ਸਿੰਘ ਨੇ ਫੜ ਕੇ ਅੰਦਰ ਦਿੱਤਾ ਸੀ, ਤੇ ਪਰਸੈਪਸ਼ਨ ਬੜੀ ਕਲੀਅਰ ਸੀ। ਜਦੋਂ ਮਾਨੀ ਨਾ ਹੋਵੇ, ਜਦੋਂ ਇਸ ਗੱਲ ਦਾ ਮਾਨੀ ਨਾ ਹੋਵੇ ਵੀ ਇਹਨੂੰ ਠੰਡੇ ਵਾਸਤੇ ਇਹਨੂੰ ਇੱਧਰ ਨੂੰ ਤੋੜ ਲਓ ਇੱਧਰ ਨੂੰ ਤੋੜ ਲਓ, ਕਿਉਂਕਿ 4 ਸਾਲ ਸਵਾ 4 ਸਾਲ ਹੋ ਗਏ ਅਸੀਂ ਲੋਕਾਂ ਦੇ ਵਿੱਚ ਜਾਣਾ, ਅਸੀਂ ਉਸ ਗੱਲ ਨੂੰ ਕਿਸ ਤਰ੍ਹਾਂ ਡਿਫੈਂਡ ਕਰਾਂਗੇ ਕਿ ਹਾਂ ਵੀ। ਔਰ ਜਿਹੜੇ ਮਿਨਿਸਟਰਸ ਹੈਗੇ ਆ, ਮਿਨਿਸਟਰਸ ਨੂੰ ਇਹ ਵੀ ਕਿਹਾ ਗਿਆ ਵੀ ਜਿਹੜਾ ਨਹੀਂ ਦਿਲ ਕਰਦਾ ਉਹ ਰਿਜ਼ਾਈਨ ਕਰ ਦਿਓ, ਬਟ ਮਿਨਿਸਟਰਾਂ ਕੋਲ ਡਿਫੈਂਡ ਕਰਨ ਲਈ ਉਹ ਕੀ ਕਹਿਣ ਜਾ ਕੇ ਲੋਕਾਂ ਦੇ
ਐਮਐਲਏ ਸਾਹਿਬ ਕੋਈ ਇਹ ਵੀ ਗੱਲ ਹੋਈ ਹੈ ਕਿ ਡਿਫੈਂਡ ਕਿਵੇਂ ਕਰਨਾ ਹੈ, ਕਿਉਂਕਿ ਇਹ ਚਰਚਾਵਾਂ ਕੈਬਨਿਟ ਦੇ ਵਿੱਚ ਵੀ ਹੋਈਆਂ ਸੀ ਕਿ ਤੁਸੀਂ ਡਿਫੈਂਡ ਨਹੀਂ ਕਰ ਰਹੇ ਹੈਗੇ, ਵਿਰੋਧੀ ਸਵਾਲ ਖੜੇ ਕਰ ਰਹੇ ਨੇ, ਤੁਹਾਡੇ ਵੱਲੋਂ ਉਹਨਾਂ ਨੂੰ ਕੋਈ ਜਵਾਬ ਨਹੀਂ ਦਿੱਤਾ ਜਾ ਰਿਹਾ, ਤਾਂ ਹੁਣ ਕੀ ਵਿਧਾਇਕਾਂ ਨੂੰ ਇਹ ਵੀ ਕਿਹਾ ਕਿ ਤੁਸੀਂ ਡਿਫੈਂਡ ਕਿਵੇਂ ਕਰਨਾ ਨਹੀਂ, ਹੈ? ਅਸੀਂ ਬੇਸਿਕਲੀ ਦੇਖੋ, ਮੈਂ ਸਭ ਤੋਂ ਪਹਿਲੀ ਗੱਲ ਇਹ ਕਹੀ ਆ, ਅਕਾਲੀ ਦਲ ਇਹਦੀਆਂ ਬਹੁਤੀਆਂ ਖੁਸ਼ੀਆਂ ਨਾ ਮਨਾਵੇ, ਕਿਉਂਕਿ ਅਕਾਲੀ ਦਲ ਦੇ ਸਮੇਂ ਦੇ ਵਿੱਚ ਹੋਇਆ। ਔਰ ਮੈਂ ਉਦੋਂ ਇਹ ਗੱਲ ਇਹਨਾਂ ਨੂੰ ਕਹੀ ਵੀ ਸੀ ਵੀ ਤੁਸੀਂ ਕੇਸ ਹੈਸੀਅਤ ਦੇ ਵਿੱਚ ਜਿਹੜਾ ਸੌਦਾ ਸਾਧ ਹੈ, ਇਹਨੂੰ ਕੇਸ ਹੈਸੀਅਤ ਦੇ ਵਿੱਚ ਤੁਸੀਂ ਮਾਫੀਨਾਮਾ ਦੇ ਰਹੇ ਹੋ। ਤੇ ਇਹਨਾਂ ਨੇ ਉਦੋਂ ਵੀ ਮੇਰੀ ਗੱਲ, ਕਿਉਂਕਿ ਮੈਂ ਉਦੋਂ ਉੱਥੇ ਸੀਗਾ, ਮੈਂ ਇਹ ਗੱਲ ਕਹੀ ਸੀ ਕਿ ਇਹ ਤੁਸੀਂ ਇਹ ਗਲਤ ਜਿਹੜੀ ਰੀਤ ਹੈ ਇਹ ਪਾ ਰਹੇ ਹੋ ਤੇ ਇਹ ਦੋ ਧਾਰੀ ਤਲਵਾਰ ਆ। ਤੇ ਮੈਨੂੰ ਉੱਥੇ ਇਹ ਕਿਹਾ ਗਿਆ ਸੀ ਵੀ ਹਾਂ ਵੀ ਤੂੰ ਤਾਂ ਨੈਗੇਟਿਵ ਗੱਲ ਕਰਦਾ। ਮੈਂ ਨੈਗੇਟਿਵ ਗੱਲ ਤਾਂ ਮੈਂ ਕਦੀ ਕਰਦਾ ਨਹੀਂ, ਮੈਂ ਤਾਂ ਬਹੁਤ ਘੱਟ ਗੱਲ ਕਰਦਾ। ਤੇ ਮੈਂ ਕਹਿੰਦਾ ਮੇਰੀ ਗੱਲ ਤਾਂ ਸੁਣ ਲਓ। ਮੈਂ ਹੁਣ ਵੀ ਇਹ ਗੱਲ, ਆਹ ਜਿਹੜੀ ਚਿੱਠੀ ਆ 2019 ਦੇ ਵਿੱਚ ਮੈਂ ਕੈਪਟਨ ਅਮਰਿੰਦਰ ਸਿੰਘ ਨੂੰ ਲਿਖੀ ਸੀ, ਪਰ ਮੈਨੂੰ ਮਹੀਨਾ ਡੇਢ ਮਹੀਨਾ ਇਹਨਾਂ ਨੇ ਟਾਈਮ ਵੀ ਨਹੀਂ ਦਿੱਤਾ। ਤੇ ਜਦੋਂ ਇਹਨਾਂ ਦੇ ਆਫਿਸ ਤੋਂ ਲੀਕ ਹੋ ਗਈ, ਫਿਰ ਮੇਰੇ ਕਹਿਣ ਦਾ ਮਤਲਬ ਆਪ ਤਾਂ ਇਨਡਿਸਪਲਿਨ ਕ੍ਰੀਏਟ ਕਰਦੇ ਆ। ਅੱਛਾ, ਇਹ ਕਹਿੰਦੇ ਆ ਕਿ ਤੁਸੀਂ ਪਬਲਿਕ ਦੇ ਵਿੱਚ ਨਾ ਜਾਓ, ਤੁਸੀਂ ਮੀਡੀਆ 'ਚ ਨਾ ਜਾਓ। ਅੱਜ ਵੀ ਗੱਲ ਹੋਈ ਆ, ਮੈਂ ਮੀਡੀਆ ਦੇ ਵਿੱਚ ਤੁਹਾਨੂੰ ਵੀ, ਅਦਰਵਾਈਜ਼ ਐਜ਼ ਏ ਹਾਕੀ ਪਲੇਅਰ ਤਾਂ ਤੁਸੀਂ ਮੈਨੂੰ ਲਗਭਗ ਸਾਰੇ ਹੀ ਆਪਾਂ ਮਿਲਦੇ ਰਹਿੰਦੇ ਆ, ਪਰ ਮੈਂ ਬਹੁਤ ਘੱਟ ਆਉਣਾ। ਇਸ ਕਰਕੇ ਆਉਣਾ ਵੀ ਯਾਰ ਹਰ ਗੱਲ ਮੀਡੀਆ 'ਚ ਨਹੀਂ ਦਿੱਤੀ ਜਾ ਸਕਦੀ, ਬਟ ਜਦੋਂ ਤੁਸੀਂ ਇਨਡਿਸਪਲਿਨ ਕ੍ਰੀਏਟ ਕਰੋਗੇ ਤਾਂ ਫਿਰ ਅਲਟੀਮੇਟਲੀ ਤੇ ਲੋਕੀ ਤਾਂ ਜਾਣਗੇ। ਐਮਐਲਏ ਸਾਹਿਬ ABC 2019 ਜਿਹੜੀ ਲੈਟਰ ਲਿਖਿਆ ਜਵਾਬ ਮਿਲਿਆ ਕਿ ਨਹੀਂ? ਨਹੀਂ, ਇਹਦੇ ਵਿੱਚ ਤਾਂ ਬੇਸਿਕਲੀ ਬਾਕੀ ਹੋਰ ਵੀ ਇਸ਼ੂ ਹੈਗੇ ਆ, Mining। ਪਾਵਰ ਪਰਚੇਜ਼ ਦਾ ਹੈਗਾ, ਮਾਈਨਿੰਗ ਦਾ ਹੈਗਾ, ਬਟ ਗੁਰੂ ਸਾਹਿਬ ਦੀ ਬੇਨਤੀ ਨੂੰ ਲੈ ਕੇ ਬਿਲਕੁਲ। ਔਰ ਮੈਂ ਅਦਰਵਾਈਜ਼ ਵੀ ਬੈਠ ਕੇ ਮੈਂ ਕਿਹਾ ਜੀ ਅਸਲੀ ਗੱਲ ਹੈ, ਇਹਦੀ ਜੜ ਨੂੰ ਫੜ ਲਈਏ, ਇਹਦੀ ਜੜ ਨੂੰ ਫੜ ਕੇ ਤੇ ਆਪਾਂ ਜਿਹੜੇ ਮੈਂ ਅਸਲੀ ਗੱਲ ਹੈ, ਮੈਂ ਕੋਈ ਹਾਰਡ ਐਂਡ ਫਾਸਟ ਬਹੁਤਾ ਕਿਸੇ ਵੀ ਬੇਸਿਕਲੀ ਧਰਮ ਦੇ ਨਾਲ ਵੀ ਮੇਰਾ ਕੋਈ ਬਹੁਤ ਹਾਰਡ ਐਂਡ ਫਾਸਟ ਲਗਾ ਨਹੀਂ ਹੈ। ਮੈਂ ਕਹਿੰਦਾ ਜਿਹੜਾ ਇਨਸਾਨ ਚੰਗਾ ਹੁੰਦਾ ਉਹ ਕਿਸੇ ਧਰਮ ਦਾ ਹੋਵੇ, ਕਿਸੇ ਜਾਤ ਦਾ ਹੋਵੇ, ਮੈਂ ਤਾਂ ਸਪੋਰਟਸਮੈਨ ਹਾਂ। ਲੇਕਿਨ ਐਟ ਦਾ ਸੇਮ ਟਾਈਮ ਜਿਹਨੇ ਗਲਤੀ ਕੀਤੀ ਹੈ, ਜਿੰਨੀ ਗਲਤੀ ਹੋਈ ਆ, ਉਹਨੂੰ ਉਨੀ ਸਜ਼ਾ ਮਿਲ ਜਾਵੇ। ਬੇਸਿਕਲੀ ਸਟੇਟ ਦਾ ਤਾਂ ਇਹ ਹੀ ਰੋਲ ਹੁੰਦਾ। ਪ੍ਰਗਟ ਜੀ, ਜਿਵੇਂ ਤੁਸੀਂ ਕਿਹਾ ਕਿ ਦੋ ਜੱਜ ਵੀ ਉੱਥੇ ਬੈਠੇ ਸੀਗੇ, ਕੀ ਲੀਗਲ ਟੀਮ ਜੋ ਹੈ ਉਸ ਦੇ ਵਿੱਚ ਬਦਲਾਅ ਦੀ ਗੱਲ ਕੀਤੀ ਗਈ ਹੈ ਤੇ ਫਾਸਟ ਟਰੈਕ ਕੋਰਟ ਦੇ ਵਿੱਚ ਮਾਮਲਾ ਚਲਾਉਣ ਦੀ ਗੱਲ ਚੱਲ ਰਹੀ ਹੈ? ਕਾਫੀ ਵਿਧਾਇਕ ਬਾਹਰ ਆ ਕੇ ਕਹਿ ਰਹੇ ਨੇ ਕੀ ਹੁਣ ਉਹ ਤਰੀਕਾ ਹੋਏਗਾ? ਜਦ ਇੰਨੇ ਟਾਈਮ 'ਚ ਨਹੀਂ ਹੋਇਆ ਤਾਂ ਹੁਣ ਕਿਵੇਂ? ਦੇਖੋ, ਅਲਟੀਮੇਟਲੀ ਜੇ ਚੈਲੰਜ ਹੋਊਗੀ ਤਾਂ ਉਹ ਸੁਪਰੀਮ ਕੋਰਟ 'ਚ ਹੋਊਗੀ। ਉਹਦੇ ਵਿੱਚ ਫਾਸਟ ਟਰੈਕ ਤਾਂ ਕਿਉਂਕਿ ਉੱਥੇ ਵੀ ਕੋਵਿਡ, ਬੇਸਿਕਲੀ ਕੋਵਿਡ ਕਰਕੇ ਲਗਭਗ ਕੋਰਟਸ ਵੀ ਸਾਰੀਆਂ ਬੰਦ ਹੈਗੀਆਂ। ਕਹਿੰਦੇ ਐਸਆਈਟੀ ਵੀ ਨਵੀਂ ਬਣਾਉਣ ਵਾਸਤੇ ਕਈ ਸਾਰੇ ਮੈਂਬਰਾਂ ਨੇ ਮਨਾ ਕਰਤਾ, ਕਈ ਸਾਰੇ ਅਫਸਰ ਕਹਿ ਰਹੇ ਕਿ ਅਸੀਂ ਇਸ ਮਸਲੇ 'ਚ ਨਹੀਂ ਪੈਣਾ ਚਾਹੁੰਦੇ, ਤਾਂ ਕਰਕੇ ਨਵੀਂ ਐਸਆਈਟੀ ਨੂੰ ਇਹ ਤਾਂ ਦੇ ਰਹੀ ਹੈ। ਬੇਸਿਕਲੀ ਐਜ਼ ਏ ਹੋਮ ਮਿਨਿਸਟਰ, ਐਜ਼ ਏ ਡੀਜੀਪੀ, ਐਜ਼ ਏ ਹੋਮ ਸੈਕਟਰੀ, ਇਹਨਾਂ ਨੂੰ ਬੇਸਿਕਲੀ ਦੇਖੋ, ਮੈਂ ਤਾਂ ਹਮੇਸ਼ਾ ਇੱਕ ਗੱਲ ਕਹਿੰਦਾ, ਮੈਂ ਦੇਖੋ ਥੋੜੀ ਨੌਕਰੀ ਵੀ ਕੀਤੀ ਆ, ਮੈਂ ਕਹਿੰਦਾ ਇਨਸਾਫ ਦੇ ਦਈਏ ਆਪਾਂ। ਮੈਂ ਨਹੀਂ ਕਹਿੰਦਾ ਵੀ ਕਿਸੇ ਨੂੰ ਫਾਹੇ ਲਾ ਦਿਓ, ਕਿਸੇ ਨੂੰ ਐ ਕਰ ਦਿਓ, ਕਿਸੇ ਨੂੰ ਐ ਕਰ ਦਿਓ। ਜਿਹਦਾ ਜਿੰਨਾ ਰੋਲ ਹੈਗਾ ਉਹਨਾਂ ਰੋਲ ਉਹਦਾ ਤੁਸੀਂ ਆਇਡੈਂਟੀਫਾਈ ਕਰਕੇ, ਇਨਵੈਸਟੀਗੇਸ਼ਨ ਕਰਕੇ ਪੁੱਟ ਇਨ ਦਾ ਕੋਰਟ ਕਿ ਹਾਂ ਵੀ ਉਹਨੂੰ ਜਿੰਨੀ ਕੋਰਟ ਸਮਝੂਗੀ, ਉਹਦੀਆਂ ਗਵਾਹਾਂ ਹੋਣੀਆਂ, ਉਹਦੇ ਟ੍ਰਾਇਲ ਹੋਣੇ ਆ, ਉਹਨੂੰ ਉਨੀ ਸਜ਼ਾ ਮਿਲ ਜੂਗੀ। ਕਿਉਂਕਿ ਪੋਲੀਟੀਕਲ ਬੰਦੇ ਨੂੰ ਤਾਂ ਦੇਖੋ ਐਂਡ ਆਫ ਦਾ ਡੇ ਅਕਾਲੀ ਦਲ ਇਸ ਤੋਂ ਮੁਨਕਰ ਨਹੀਂ ਹੋ ਸਕਦਾ ਵੀ ਹਾਂ ਵੀ ਇਹ ਸਾਡੇ ਸਮੇਂ 'ਚ ਨਹੀਂ ਹੋਈ, ਔਰ ਇਹ ਅਸੀਂ ਵੀ ਇਹਦੇ ਤੋਂ ਮੁਨਕਰ ਨਹੀਂ ਹੋ ਸਕਦੇ ਵੀ ਅਸੀਂ 4 ਸਾਲ ਦੇ ਵਿੱਚ ਲਗਭਗ ਉੱਥੇ ਖੜੇ ਆ। ਕਿਉਂਕਿ ਰਿਐਲਿਟੀ ਸਾਨੂੰ ਫੇਸ ਕਰਨੀ ਪਊਗੀ। ਜੇ ਰਿਐਲਿਟੀ ਫੇਸ ਨਹੀਂ ਕਰਾਂਗੇ ਆ ਕਰੋਨਾ ਵਾਲਾ ਹਾਲ ਹੋਊਗਾ। ਮੈਨੂੰ ਲੱਗਦਾ ਕਿ ਅਗਰ 22 ਤੱਕ ਨਹੀਂ ਇਨਸਾਫ ਹੋਇਆ ਤਾਂ ਕਾਂਗਰਸ ਨੂੰ ਨੁਕਸਾਨ ਹੋਏਗਾ, ਕਿਉਂਕਿ ਕੁਝ ਲੀਡਰ ਕਹਿ ਰਹੇ ਪਿੰਡਾਂ 'ਚ ਵੜਨ ਜੋਗੇ ਨਹੀਂ ਹੈ। ਨਹੀਂ, ਕਿਸਾਨ ਬੇਸਿਕਲੀ ਸਾਨੂੰ ਨੁਕਸਾਨ ਤਾਂ ਆਲਰੇਡੀ ਹੋ ਗਿਆ, ਪਰ ਇਹਦੇ ਤੋਂ ਅਸੀਂ ਕਿੱਦਾਂ ਉੱਭਰਨਾ? ਕਿਉਂਕਿ ਮੈਂ ਤਾਂ ਹਮੇਸ਼ਾ ਇੱਕੋ ਗੱਲ ਕਹਿੰਦਾ ਕਿ ਯਾਰ ਦੇਸ਼ ਦੀ ਸਮੱਸਿਆ ਇਹ ਹੋਈ ਆ ਕਿ ਹੌਲੀ ਆਪਾਂ ਸਭ ਨੂੰ ਸਾਹਮਣੇ ਸਾਰਿਆਂ ਦੇ ਹੈਗਾ ਕਿ ਬੀਜੇਪੀ ਕਰ ਕੀ ਰਹੀ ਆ, ਔਰ ਇਹਦੇ ਵਿੱਚ ਥਰੂ ਆਊਟ ਕੰਟਰੀ ਜੇ ਕੋਈ ਗਲੂ ਦਾ ਕੰਮ ਕਰ ਸਕਦੀ ਤੇ ਉਹ ਕਾਂਗਰਸ ਕਰ ਸਕਦੀ। ਇਸ ਕਰਕੇ ਸਾਡੀ ਪੰਜਾਬ ਨੂੰ ਵੀ ਬਚਾਉਣ ਦੀ ਜ਼ਰੂਰਤ ਆ ਤੇ ਸਾਨੂੰ ਹਿੰਦੁਸਤਾਨ ਨੂੰ ਵੀ ਬਚਾਉਣ ਦੀ ਜ਼ਰੂਰਤ ਹੈ। ਐਮਐਲਏ ਸਾਹਿਬ, ਹਮੇਸ਼ਾ ਜਦੋਂ ਵੀ ਕੋਈ ਸੰਕਟ ਆਉਂਦਾ ਹੈ ਕਾਂਗਰਸ ਦੇ ਵਿੱਚ ਜਾਂ ਕੈਪਟਨ ਅਮਰਿੰਦਰ ਸਿੰਘ ਦੇ ਸਵਾਲ ਖੜੇ ਹੁੰਦੇ ਨੇ, ਲੰਚ ਡਿਪਲੋਮੈਸੀ ਕਰਕੇ, ਡਿਨਰ ਡਿਪਲੋਮੈਸੀ ਕਰਕੇ ਕੈਪਟਨ ਅਮਰਿੰਦਰ ਸਿੰਘ ਨੂੰ ਸਾਥ ਦਿੰਦੇ ਨੇ। ਇਸ ਵਾਰ ਵੀ ਲੱਗਦਾ ਕਿ ਇਹ ਲੰਚ ਡਿਪਲੋਮੈਸੀ, ਡਿਨਰ ਡਿਪਲੋਮੈਸੀ ਕੰਮ ਆਊਗੀ ਜਾਂ ਵਿਧਾਇਕ ਹੁਣ ਸਟੈਂਡ ਲੈ ਕੇ ਖੜਨਗੇ? ਨਹੀਂ, ਆਈ ਡੋਂਟ ਥਿੰਕ ਸੋ। ਦੇਖੋ, ਜਾਂ ਤਾਂ ਜਿਹੜੇ ਵਿਧਾਇਕ ਆ ਜਾਂ ਜਿਹੜੇ ਮੰਤਰੀ ਹੈਗੇ ਆ ਉਹ ਓਪਨਲੀ ਕਹਿਣ ਵੀ ਇਹ ਠੀਕ ਹੋਇਆ ਹੈਗਾ, ਡਿਫੈਂਡ ਕਰ। ਮੈਂ ਕਹਿੰਦਾ ਕਿਸੇ ਬੰਦੇ ਨੂੰ ਇਸ਼ੂ ਇਹਦੇ 'ਚ ਨਾ ਬਣਾਓ। ਇਸ਼ੂ ਤਾਂ ਬੇਸਿਕਲੀ ਇਸ਼ੂ ਨੂੰ ਆਇਡੈਂਟੀਫਾਈ ਕਰਕੇ ਉਹਨੂੰ ਪਲੱਗ ਕਰੋ ਕਿ ਹਾਂ ਵੀ ਉਹਦੇ ਤੋਂ ਅਸੀਂ ਪੋਜ਼ਿਟਿਵ ਕਿੱਦਾਂ ਹੋਣਾ, ਔਰ ਜਿਹੜਾ ਕੰਸਰਨਡ ਬੰਦਾ ਹੈਗਾ ਜਿਹਨੇ ਉਹ ਗਲਤੀਆਂ ਕੀਤੀਆਂ
ਉਹਨੂੰ ਐਂਡ ਆਫ ਦਾ ਡੇ ਸਜ਼ਾ ਹੋ ਜਾਵੇ। ਬੇਸਿਕਲੀ ਕਾਨੂੰਨ ਤਾਂ ਇਹ ਕਹਿੰਦਾ, ਲਾਅ ਆਫ ਦਾ ਲੈਂਡ ਤਾਂ ਇਹੀ ਕਹਿੰਦਾ। ਪ੍ਰਗਟ ਜੀ ਇੱਕ ਵਿਧਾਇਕ